ਬਰਜਿੰਦਰ ਸਿੰਘ ਨੇ ਪੁੱਛਿਆ ਹੈ ਕਿ ਰੋਜ਼ ਰਿਕਾਰਡਿੰਗ ਸੁਣਦੇ ਹਾਂ ਅਤੇ ਤੁਸੀਂ ਵੱਖ-ਵੱਖ ਸਰੋਤਿਆਂ ਨੂੰ, ਸਾਧਕਾਂ ਨੂੰ ਵੱਖ-ਵੱਖ ਢੰਗ ਦੇ ਨਾਲ ਸਮਝਾਇਆ ਹੈ। ਵੱਖ-ਵੱਖ ਸਾਧਨਾਂ ਦੀਆਂ ਜੁਗਤੀਆਂ ਵੀ ਦੱਸੀਆਂ ਹਨ। ਅਤੇ ਅਸੀਂ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਫਿਰ ਜਦੋਂ ਇੱਕ ਜੁਗਤੀ ਅਪਣਾਉਂਦੇ ਹਾਂ, ਧਿਆਨ ਦੀ ਕੋਈ ਵਿਧੀ, ਅਤੇ ਉਹ ਪੂਰੀ ਨਹੀਂ ਹੁੰਦੀ ਹੈ, ਫਿਰ ਦੂਸਰੀ ਸੁਣ ਲੈਂਦੇ ਹਾਂ, ਫਿਰ ਦੂਸਰੀ ਵੀ ਪੂਰੀ ਨਹੀਂ ਹੁੰਦੀ ਹੈ। ਅਤੇ ਤੁਸੀਂ ਸਾਨੂੰ ਇੱਕ ਕੋਈ ਵਿਧੀ ਦੱਸੋ। ਫਿਰ ਤੁਸੀਂ ਦੱਸਦੇ ਹੋ ਕੁਛ ਨਾ ਕਰਨਾ, ਉਹ ਵੀ ਕੋਸ਼ਿਸ਼ ਕਰਦੇ ਹਾਂ ਕੁਛ ਨਾ ਕਰਨ ਦੀ, ਪਰ ਕੁਛ ਨਾ ਕਿਵੇਂ ਕਰਨਾ ਹੈ ਇਹ ਸਮਝ ਵਿੱਚ ਨਹੀਂ ਆਉਂਦਾ। ਕੁਛ ਨਾ ਕਰਨਾ ਉਹ ਤੁਹਾਡੀ ਸਮਝ ਵਿੱਚ ਆਵੇਗਾ ਵੀ ਨਹੀਂ, ਕਿਉਂਕਿ ਕੁਛ ਨਾ ਕਰਨਾ ਤੁਸੀਂ ਨਹੀਂ ਕਰਨਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਵੀ ਕੁਛ ਨਾ ਕਰਨਾ ਵੀ ਅਗਰ ਤੁਸੀਂ ਕਰੋਗੇ ਤਾਂ ਜੋ ਕੁਛ ਕਰੋਗੇ ਤਾਂ ਫਿਰ ਕਰਨਾ ਹੀ ਹੋ ਗਿਆ ਨਾ। ਕੁਛ ਨਾ ਕਰਨਾ ਤੁਸੀਂ ਨਹੀਂ ਕਰਨਾ ਹੈ। ਜਿਵੇਂ ਅਕਸਰ ਮੁੱਖ ਦੋ ਮਾਰਗਾਂ ਦੀ ਗੱਲ ਮੈਂ ਕਰਦਾ ਹਾਂ ਵਾਰ-ਵਾਰ ਤੁਹਾਨੂੰ ਸਮਝਾਉਣ ਵਾਸਤੇ, ਵੀ ਇੱਕ ਤਾਂ ਹੈ ਵੀ ਆਪਣੇ ਆਪ ਸਾਧਨਾ ਕਰਨੀ, ਧਿਆਨ ਕਰਨਾ, ਯੋਗ ਕਰਨਾ, ਉਹ ਯੋਗ ਦਾ ਮਾਰਗ, ਧਿਆਨ ਦਾ ਮਾਰਗ, ਸ਼ਬਦ ਸੁਰਤ ਦਾ ਮਾਰਗ ਕਈ ਕੋਸ਼ਿਸ਼ ਕਰ ਰਹੇ ਹਨ ਆਪਣੇ ਆਪ, ਉਹਨਾਂ ਵਾਸਤੇ ਜੁਗਤੀਆਂ ਦੱਸੀਆਂ ਜਾਂਦੀਆਂ ਵੀ ਕਰੋ। ਅਤੇ ਦੂਸਰਾ ਹੈ ਭਗਤੀ ਭਾਵਨਾ ਦਾ ਮਾਰਗ। ਅਤੇ ਜਿਹੜੇ ਆ ਭਗਤੀ ਭਾਵਨਾ ਦੇ ਮਾਰਗ 'ਤੇ ਚੱਲਦਾ ਹੈ ਨਾ, ਉਹ ਕੁਛ ਨਹੀਂ ਕਰਦਾ ਹੈ। ਉਹ ਜਾਣਦਾ ਹੈ ਵੀ ਮੇਰੇ ਕੋਲ ਕੁਛ ਨਹੀਂ ਹੋ ਸਕਦਾ ਹੈ, ਮੈਂ ਕੁਛ ਕਰ ਨਹੀਂ ਸਕਦਾ, ਅਸਹਾਏ ਹਾਂ, ਮੈਂ ਕਰਨ ਯੋਗ ਨਹੀਂ ਹਾਂ। ਫਿਰ ਉਹਦੇ ਕੋਲ ਹੁੰਦਾ ਹੈ। ਫਿਰ ਜਦੋਂ ਕੁਛ ਹੁੰਦਾ ਹੈ ਨਾ, ਉਹ ਕਹਿੰਦਾ ਹੈ ਮੈਂ ਨਹੀਂ ਸੀ ਕਰ ਸਕਦਾ, ਇਹ ਤਾਂ ਗੁਰੂ ਕਿਰਪਾ ਦੁਆਰਾ ਹੋਇਆ, ਗੁਰ ਪ੍ਰਸਾਦ ਦੁਆਰਾ ਹੋਇਆ। ਮੈਂ ਥੋੜ੍ਹੀ ਕਰ ਸਕਦਾ ਸੀ। ਜਿਵੇਂ ਇਹ ਕਹਿ ਰਿਹਾ ਸੀ ਕਿ ਮੇਰੀ ਬਾਹਰੀ ਧਰਮ ਦੇ ਨਾਲ ਜੋ ਬਿਰਤੀ ਜੁੜੀ ਹੋਈ ਸੀ, ਲਗਾਵ ਸੀ, ਉਹ ਹਟ ਗਿਆ ਹੈ, ਬਾਹਰੀ ਧਰਮ ਛੁੱਟ ਗਿਆ ਹੈ, ਕਰਮਕਾਂਡ ਛੁੱਟ ਗਏ ਹਨ ਧਾਰਮਿਕ। ਤਾਂ ਹੁਣ ਜਿਹੜਾ ਬਾਹਰੀ ਧਰਮ ਤੋਂ ਹਟਣਾ ਹੋਇਆ ਹੈ,
ਜਾਂ ਅਗਰ ਇਹ ਖਿਆਲ ਕਰੇ, ਇਹਦੇ ਆਪਣੇ ਵੱਸ ਦੀ ਗੱਲ ਨਹੀਂ ਸੀ। ਅਗਰ ਇਹ ਨਾ ਸੁਣਦਾ ਹੁੰਦਾ ਤਾਂ ਸ਼ਾਇਦ ਇਹ ਬਾਹਰੀ ਧਰਮ ਨੂੰ ਛੱਡ ਹੀ ਨਾ ਪਾਉਂਦਾ, ਉਹ ਕਰਮ ਕਾਂਡਾਂ ਨੂੰ ਛੱਡ ਹੀ ਨਾ ਪਾਉਂਦਾ। ਕਿਉਂਕਿ ਜੋ ਵੀ ਸਿਖਾਇਆ ਗਿਆ ਸੀ, ਜਿੱਦਾਂ ਵੀ ਸਿਖਾਇਆ ਗਿਆ ਸੀ, ਉੱਦਾਂ ਹੀ ਬੰਦਾ ਕਰਦਾ ਹੈ ਨਾ। ਤੇ ਬਾਹਰੀ ਧਰਮ ਤੋਂ ਛੁਟਕਾਰਾ ਇਹਦਾ ਹੋਇਆ ਹੈ। ਅਗਰ ਇਸ ਢੰਗ ਦੇ ਨਾਲ ਸੋਚ ਲਵੇ ਵੀ ਮੈਂ ਨਹੀਂ ਕੀਤਾ, ਇਹ ਹੋਇਆ, ਤੇ ਇੰਨਾ ਵੀ ਕਾਫੀ ਹੋ ਗਿਆ। ਕਈਆਂ ਕੋਲ ਤੇ ਬਾਹਰੀ ਕਰਮ ਕਾਂਡਾਂ ਤੋਂ ਛੁਟਕਾਰਾ ਨਹੀਂ ਹੋ ਰਿਹਾ। ਉਹ ਜਿਹੜੇ ਕਰਮ ਕਾਂਡ ਕਰ ਰਹੇ ਹਨ ਉਹ ਹੀ ਕਰੀ ਜਾ ਰਹੇ ਹਨ। ਕਰਮ ਧਰਮ ਪਾਖੰਡ ਜੋ ਦੀਸੇ, ਜਮ ਜਾਗਾਤੀ ਲੂਟ। ਭਾਵ ਕਿ ਇੱਥੇ ਹੀ ਲੁੱਟੇ ਜਾਂਦੇ ਹਨ ਸਮੇਂ ਦੇ ਵਿੱਚ ਹੀ। ਕੁਛ ਧਾਰਮਿਕ ਲੋਕਾਂ ਨੇ ਕਹਿ ਦਿੱਤਾ ਕਰ ਲੱਗ ਪਏ ਤੁਸੀਂ, ਕੁਛ ਡਰ ਕਰਕੇ ਕਰ ਰਹੇ ਹੋ, ਕੁਛ ਸਮਾਜ ਦੀ ਸਿੱਖਿਆ ਕਰਕੇ ਕਰ ਰਹੇ ਹੋ। ਤੋ ਜਿਹੜੇ ਕਰਮ ਧਰਮ ਹਨ ਉਹ ਸਭ ਪਾਖੰਡ ਹਨ। ਕੋਈ ਪ੍ਰਭੂ ਪਿਆਸ ਵਾਸਤੇ ਥੋੜ੍ਹੀ ਕਰ ਰਹੇ ਹਨ ਲੋਕ ਧਰਮ ਕਰਮ। ਤੇ ਜਿਹੜੇ ਪ੍ਰਭੂ ਪਿਆਸ ਵਾਸਤੇ ਕਰਮ ਧਰਮ ਕਰ ਨਹੀਂ ਰਹੇ ਹਨ, ਉਹ ਕਰਮ ਧਰਮ ਪਾਖੰਡ ਹਨ। ਖਿਆਲ ਵਿੱਚ ਰੱਖਣ ਯੋਗ ਹੈ। ਜਿਵੇਂ ਇੱਕ ਕਬੀਰ ਜੀ ਦੀ ਪੰਗਤੀਆਂ ਹਨ ਦੋ, ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਪੂਜਾ ਇਸ਼ਨਾਨ, ਜਬ ਲਗ ਜੁਗਤ ਨਾ ਜਾਣੀਏ, ਪਾਓ ਭਗਤ ਭਗਵਾਨ। ਕਹਿੰਦੇ ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸ਼ਨਾਨ। ਇਹ ਸਾਰਾ ਕੁਛ ਹੀ, ਜਪ ਵੀ, ਤਪ ਵੀ, ਸੰਜਮ ਵੀ, ਵਰਤ ਵੀ, ਇੰਦਰੀਆਂ ਨੂੰ ਕੰਟਰੋਲ ਵਿੱਚ ਕਰਨਾ ਸੰਜਮ, ਪੂਜਾ ਵੀ, ਇਸ਼ਨਾਨ ਵੀ, ਜਪ ਤਪ ਵੀ। ਜਬ ਲਗ ਜੁਗਤ ਨਾ ਜਾਣੀਏ, ਭਾਓ ਭਗਤ ਭਗਵਾਨ। ਕਹਿੰਦੇ ਹਨ ਵੀ ਜਿੰਨਾ ਚਿਰ ਤੁਹਾਡੇ ਅੰਦਰ ਪਰਮਾਤਮਾ ਦੀ ਪਿਆਸ ਨਹੀਂ ਹੈ, ਭਾਵਨਾ ਨਹੀਂ ਹੈ, ਪ੍ਰੇਮ ਨਹੀਂ ਹੈ ਕਹਿ ਲਓ, ਉਹਨਾਂ ਚਿਰ ਤੁਸੀਂ ਜੁਗਤੀ ਜਾਣ ਨਹੀਂ ਸਕਦੇ ਹੋ। ਭਾਵੇਂ ਲੱਖ ਤੁਸੀਂ ਇਹ ਸੰਜਮ ਕਰੀ ਜਾਓ, ਧਿਆਨ ਕਰੀ ਜਾਓ, ਜਪ ਤਪ ਕਰੀ ਜਾਓ, ਇਸ਼ਨਾਨ ਕਰੀ ਜਾਓ, ਧਾਰਮਿਕ ਸਥਾਨਾਂ 'ਤੇ ਜਾਈ ਜਾਓ, ਤਬ ਲਗ ਜੁਗਤ ਨਾ ਜਾਣੀ। ਉਹਨਾਂ ਚਿਰ ਜੁਗਤੀ ਨਹੀਂ ਜਿੰਨਾ ਚਿਰ ਭਾਓ ਭਗਤ ਭਗਵਾਨ। ਤੇ ਤੁਹਾਡੇ ਅੰਦਰ ਭਾਵਨਾ ਪੈਦਾ ਹੋਈ ਵਾਸਤਵਿਕ ਦੇ ਵਿੱਚ, ਤਾਂ ਉਹ ਪਾਖੰਡ ਛੁੱਟਿਆ ਹੈ। ਤੇ ਭਾਵਨਾ ਕਰਕੇ ਛੁੱਟਦਾ ਹੈ। ਇਹ ਗੱਲ ਥੋੜ੍ਹੀ ਜਿਹੀ ਖਿਆਲ ਵਿੱਚ ਲਓ ਵੀ ਜਿਹੜਾ ਇਹ ਭਗਤੀ ਦਾ ਮਾਰਗ ਹੈ, ਪ੍ਰੇਮ ਦਾ, ਸ਼ਰਧਾ ਦਾ, ਭਾਵਨਾ ਦਾ ਕਹਿ ਲਈਏ, ਇਹ ਜਿੰਨਾ ਗਹਿਰਾ ਹੁੰਦਾ ਗਿਆ ਓਨਾ ਹੀ ਤੁਹਾਡਾ ਛੁਟਕਾਰਾ ਹੁੰਦਾ ਜਾਣਾ ਹੈ। ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਪੈਣੀ।
ਫਿਰ ਸੁਣ ਕੇ ਰੋਜ਼ ਜਿਵੇਂ ਇਹ ਕਹਿ ਰਿਹਾ ਸੀ ਵੀ ਕੁਝ ਸਮਾਂ ਯਾਦ ਰਹਿੰਦਾ ਹੀ ਹੈ ਤੁਹਾਡੀ ਗੱਲ। ਕਈ ਕਹਿੰਦੇ ਵੀ ਹਨ ਵੀ ਜਦੋਂ ਉਪਦੇਸ਼ ਸੁਣਦੇ ਹਾਂ ਕੁਝ ਸਮਾਂ ਅਸਰ ਰਹਿੰਦਾ ਹੈ, ਫਿਰ ਸੰਸਾਰ ਦੇ ਵਿੱਚ ਭੁੱਲ ਜਾਂਦਾ ਹੈ, ਫਿਰ ਸੰਸਾਰ 'ਚ ਲੱਗ ਜਾਂਦਾ, ਵਿਸਰ ਜਾਂਦਾ। ਫਿਰ ਸੁਣਦੇ ਹੋ, ਫਿਰ ਖਿਆਲ ਵਿੱਚ ਆਉਂਦਾ ਹੈ। ਚਲੋ ਖਿਆਲ ਵਿੱਚ ਤਾਂ ਆਉਂਦਾ ਹੈ ਨਾ, ਕੁਝ ਸਮਾਂ ਹੀ ਆਉਂਦਾ ਹੈ, ਥੋੜ੍ਹਾ ਜਿਹਾ ਸਮਾਂ ਖਿਆਲ ਵਿੱਚ ਆਇਆ ਤੁਹਾਡੇ ਵੀ ਸੰਸਾਰ ਝੂਠ ਹੈ, ਵਿਅਰਥ ਹੈ, ਧੰਦੇ ਵਿਅਰਥ ਹਨ, ਕਾਰੋਬਾਰ ਵਿਅਰਥ। ਉਹਨਾਂ ਚਿਰ ਵਾਸਤੇ ਵੈਰਾਗ ਪੈਦਾ ਹੋਇਆ ਸੰਸਾਰ ਵੱਲ, ਭਾਵੇਂ ਇੱਕ ਛਣ ਹੀ ਸਹੀ, ਛਣ ਦੋ ਸਣ ਵਾਸਤੇ ਵੈਰਾਗ ਪੈਦਾ ਹੋਇਆ ਤੁਹਾਡੇ ਅੰਦਰ, ਉਪਰਾਮਤਾ ਪੈਦਾ ਹੋਈ, ਖਿਆਲ ਪੈਦਾ ਹੋਇਆ ਵੀ ਛੱਡੋ ਪਰਾਂ ਸੰਸਾਰ, ਕਿੱਧਰ ਭੱਜਾ ਫਿਰਦਾ। ਤੇ ਦੋ ਛਣ ਵਾਸਤੇ ਪਹਿਲੀ ਵਾਰਾਂ ਹੋਇਆ ਤੁਹਾਨੂੰ। ਫਿਰ ਇਹ ਤੁਸੀਂ ਵਾਰ ਜਦੋਂ ਸੁਣੋਗੇ, ਅਲੱਗ ਢੰਗ ਨਾਲ, ਅਲੱਗ ਤਰੀਕੇ ਨਾਲ ਗੱਲ ਕਹੀ ਹੋਵੇ, ਫਿਰ ਤੁਹਾਨੂੰ ਜ਼ਿਆਦਾ ਚੇਤੇ ਰਹਿਣ ਲੱਗ ਜਾਵੇਗੀ। ਕਿਉਂਕਿ ਸੰਸਾਰ ਦਾ ਪ੍ਰਭਾਵ ਬਹੁਤ ਹੈ ਨਾ, ਤੁਸੀਂ ਸੰਸਾਰ ਦੇ ਵਿਚਾਲੇ ਹੋ, ਬਸ ਰਹੇ ਹੋ ਬਿਲਕੁਲ ਗੱਭੇ, ਚਾਰ ਚੁਫੇਰੇ। ਸੰਸਾਰੀ ਲੋਕ ਹਨ, ਸੰਸਾਰ ਦੀਆਂ ਗੱਲਾਂ ਹਨ, ਸੰਸਾਰ ਵੱਲ ਹੀ ਖਿੱਚ ਰਹੇ ਹਨ ਚਾਰ ਚੁਫੇਰੇ। ਤੁਸੀਂ ਰਿਕਾਰਡਿੰਗ ਸੁਣਦੇ ਹੋ ਸ਼ਾਮ ਨੂੰ ਜਾਂ ਸਵੇਰੇ, ਥੋੜ੍ਹਾ ਚਿਰ ਵਾਸਤੇ ਖਿਆਲ ਵਿੱਚ ਆਉਂਦੀ ਹੈ ਤੁਹਾਡੀ ਗੱਲ, ਉਹ ਵੀ ਭਾਵਨਾ ਕਰਕੇ। ਅਗਰ ਭਾਵਨਾ ਨਹੀਂ ਹੋਵੇਗੀ ਤਾਂ ਖਿਆਲ ਵਿੱਚ ਹੀ ਨਹੀਂ ਆਵੇਗੀ, ਫਿਰ ਤੁਸੀਂ ਅਮਲ ਹੀ ਨਹੀਂ ਕਰੋਗੇ। ਜਿਵੇਂ ਇੱਕ ਇੱਥੇ ਨੌਜਵਾਨ ਕਹਿ ਰਿਹਾ ਸੀ ਇੱਕ ਦਿਨ, ਕਹਿੰਦਾ ਸੀ ਵੀ ਤੁਹਾਡੀਆਂ ਰਿਕਾਰਡਿੰਗਾਂ ਜਿਹੜੀਆਂ ਹਨ ਇਹ ਸੋਸ਼ਲ ਮੀਡੀਆ 'ਤੇ ਪਾਈਆਂ ਹੋਈਆਂ, ਪਾਉਂਦੇ ਹਨ ਜਿਹੜੇ ਸੱਜਣ, ਉਹ ਕਹਿੰਦੇ ਹਨ ਭਈ ਲੋਕ ਸੁਣਦੇ ਬਹੁਤ ਹਨ ਪਰ ਫਾਲੋ ਕੋਈ ਨਹੀਂ ਕਰਦਾ। ਫਾਲੋ ਕੋਈ ਨਹੀਂ ਕਰਦਾ। ਮੈਂ ਕਿਹਾ ਵੀ ਫਾਲੋ ਤੇ ਜਿਹੜੇ ਸੁਣ ਰਹੇ ਹਨ ਉਹ ਨਹੀਂ ਕਰਦੇ ਹਨ। ਦਰਅਸਲ ਜਿਹੜੇ ਲਾਈਕ ਵੀ ਕਰਦੇ ਹਨ ਨਾ, ਉਹ ਵੀ ਨਹੀਂ ਕਰ ਰਹੇ ਹਨ, ਕਿਉਂਕਿ ਅਮਲ ਕਰਨਾ ਔਖਾ ਹੈ। ਜਿਨ੍ਹਾਂ ਨੂੰ ਗੱਲ ਸਮਝ ਵਿੱਚ ਵੀ ਆ ਰਹੀ ਹੈ, ਗੱਲ ਠੀਕ ਹੈ, ਕਈ ਵਾਰ ਤੁਹਾਨੂੰ ਲੱਗਦਾ ਵੀ ਹੈ ਨਾ ਵੀ ਗੱਲ ਬਿਲਕੁਲ ਠੀਕ, ਤੁਸੀਂ ਸੋਚ ਲੈਂਦੇ ਹੋ, ਬਿਠਾ ਵੀ ਲੈਂਦੇ ਹੋ ਦਿਮਾਗ ਦੇ ਵਿੱਚ ਵੀ ਠੀਕ ਹੈ ਗੱਲ, ਇਹ 'ਤੇ ਅਮਲ ਕਰਨਾ, ਪਰ ਅਮਲ ਹੁੰਦਾ ਨਹੀਂ। ਜਿਹੜੇ ਲਾਈਕ ਕਰਦੇ ਹਨ ਅਮਲ ਤਾਂ ਉਹਨਾਂ ਕੋਲ ਨਹੀਂ ਹੁੰਦਾ, ਅਤੇ ਸਿਰਫ ਸੁਣਨ ਕਰਕੇ ਅਮਲ ਥੋੜ੍ਹੀ ਹੋ ਜਾਵੇਗਾ। ਅਤੇ ਅਮਲ ਉਦੋਂ ਹੁੰਦਾ ਹੈ ਜਦੋਂ ਭਾਵਨਾ ਪੈਦਾ ਹੁੰਦੀ ਹੈ। ਤਬ ਲਗ ਜੁਗਤ ਨਾ ਜਾਣੀ ਭਾਵ ਭਗਤ ਭਗਵਾਨ। ਜਦੋਂ ਭਾਵਨਾ ਪੈਦਾ ਹੋ ਗਈ ਨਾ, ਤੇ ਆਪਣੇ ਆਪ ਇਹ ਤੁਹਾਨੂੰ ਜੁਗਤੀ ਆਉਣ ਲੱਗ ਜਾਣੀ ਹੈ। ਕਿਉਂਕਿ ਜੋ ਕਿਹਾ ਜਾਵੇਗਾ ਨਾ, ਉਹ ਤੁਹਾਡੇ ਅੰਦਰ ਹੋਣਾ ਸ਼ੁਰੂ ਹੋ ਜਾਵੇਗਾ, ਵੈਸਾ ਹੀ ਜੈਸਾ ਕਿਹਾ ਜਾ ਰਿਹਾ ਹੈ। ਜਿਵੇਂ ਕਿਸੇ ਨਾਲ ਬਹੁਤ ਗਹਿਰਾ ਪ੍ਰੇਮ ਹੋਵੇ ਤੁਹਾਨੂੰ, ਤੋ ਜੋ ਵੀ ਕਵੇ ਤੁਸੀਂ ਉਸੇ ਵੇਲੇ ਮੰਨਣ ਨੂੰ ਤਿਆਰ ਹੋ ਜਾਂਦੇ, ਸੋਚਦੇ ਹੀ ਨਹੀਂ। ਇੱਦਾਂ ਹੀ ਜਿੰਨਾ ਤੁਸੀਂ ਸੁਣੋਗੇ, ਸਮਝੋਗੇ,
ਅਜੇ ਤੇ ਸਮਝ ਦੇ ਤਲ 'ਤੇ ਸਮਝੋਗੇ, ਖਿਆਲ ਵਿੱਚ ਆਵੇਗਾ, ਅਮਲ ਵੀ ਕਰਨ ਦੀ ਕੋਸ਼ਿਸ਼ ਕਰੋਗੇ ਥੋੜ੍ਹਾ ਥੋੜ੍ਹਾ, ਅਤੇ ਥੋੜ੍ਹਾ ਥੋੜ੍ਹਾ ਅਮਲ ਕਰਕੇ ਹੀ ਤੁਹਾਡੀ ਭਾਵਨਾ ਵਧੇਗੀ, ਤੁਹਾਨੂੰ ਯਕੀਨ ਆਵੇਗਾ, ਸ਼ਰਧਾ ਆਵੇਗੀ ਵੀ ਜੋ ਗੱਲ ਕਹੀ ਜਾ ਰਹੀ ਹੈ ਤੇ ਠੀਕ ਹੈ, ਪਰ ਮੇਰੇ ਕੋ ਪੁਗਾਰ ਨਹੀਂ ਹੋ ਰਹੀ ਹੈ। ਅਮਲ ਕਰਨਾ ਕਠਿਨ ਹੈ। ਸਤਿਪੁਰਖਾਂ ਦੇ ਉਪਦੇਸ਼ ਸੁਣਨੇ ਸਿਖਾਲੇ ਹਨ, ਲਾਈਕ ਕਰਨੇ ਵੀ ਸਿਖਾਲੇ ਹਨ, ਪਰ ਅਮਲ ਕਰਨਾ ਬਹੁਤ ਕਠਿਨ ਹੈ, ਕਿਉਂਕਿ ਮਨ ਭੁੱਲ ਜਾਂਦਾ ਹੈ। ਫਿਰ ਅਗਰ ਭਾਵਨਾ ਨਾਲ ਤੁਸੀਂ ਸੁਣ ਰਹੇ ਹੋ, ਤੁਹਾਡੇ ਖਿਆਲ ਵਿੱਚ ਰਹਿ ਰਿਹਾ ਹੈ, ਥੋੜ੍ਹਾ ਥੋੜ੍ਹਾ ਅਸਰ ਹੋ ਰਿਹਾ ਹੈ, ਥੋੜ੍ਹੀ ਥੋੜ੍ਹੀ ਯਾਦ ਬਣੀ ਰਹਿੰਦੀ ਹੈ, ਕੁਛ ਚਿਰ ਹੀ ਬਣੀ ਰਹਿੰਦੀ ਹੈ, ਥੋੜ੍ਹਾ ਚਿਰ ਹੀ ਬਣੀ ਰਹਿੰਦੀ ਹੈ, ਬਾਅਦ 'ਚ ਭੁੱਲ ਜਾਂਦੀ। ਫਿਰ ਉਹ ਜਿਹੜਾ ਥੋੜ੍ਹਾ ਸਮਾਂ ਹੈ ਨਾ, ਉਹ ਧੀਰੇ ਧੀਰੇ ਵਧਣਾ ਸ਼ੁਰੂ ਹੋ ਜਾਵੇਗਾ। ਉਹ ਗੱਲ ਨੂੰ ਤੁਸੀਂ ਪਹਿਲੀ ਵਾਰ ਸੁਣਿਆ, ਥੋੜ੍ਹਾ ਅਸਰ ਹੋਇਆ, ਉਹ ਗੱਲ ਨੂੰ ਤੁਸੀਂ 1000 ਵਾਰ ਸੁਣੋਗੇ ਵੱਖ ਵੱਖ ਢੰਗ ਨਾਲ, ਅਤੇ ਉਹਦਾ ਅਸਰ ਜ਼ਿਆਦਾ ਹੋਵੇਗਾ, ਜ਼ਿਆਦਾ ਗਹਿਰੇ, ਜ਼ਿਆਦਾ ਸਮਾਂ ਮਨ ਰੁਕੇਗਾ, ਜ਼ਿਆਦਾ ਵੈਰਾਗ ਹੋਵੇਗਾ ਸੰਸਾਰ ਵੱਲੋਂ, ਜ਼ਿਆਦਾ ਉਪਰਾਮ ਹੋਵੇਗਾ ਸੰਸਾਰ ਵੱਲੋਂ, ਜ਼ਿਆਦਾ ਟਿਕੇਗਾ। ਕਈਆਂ ਨੂੰ ਬੜਾ ਵੈਰਾਗ ਆਉਂਦਾ ਹੈ ਕਿ ਛੱਡ ਕੇ ਚਲੇ ਜਾਈ, ਉਹ ਸਾਧਨਾ ਹੈ, ਉਪਰਾਮਤਾ ਸਾਧਨਾ ਹੈ, ਇਹ ਭਗਤੀ ਹੈ। ਭਗਤੀ ਦਾ ਭਾਵ ਹੀ ਇਹੋ ਹੈ, ਸੰਸਾਰ ਦੇ ਵਿੱਚ ਵੈਰਾਗ, ਤਿਆਗ, ਕੁਛ ਨਹੀਂ ਚੰਗਾ ਲੱਗਦਾ, ਛੱਡ ਕੇ ਜਾਣ ਨੂੰ ਚਿੱਤ ਕਰਦਾ, ਉਪਰਾਮਤਾ ਇਹ ਤੁਹਾਨੂੰ ਲੈ ਕੇ ਆਵੇਗੀ ਭਗਵਾਨ ਵੱਲ ਨੂੰ।